जी नाज़रीन, आप देख रहे हैं फास्ट 92 न्यूज़ में। अकाउंट में आबिद हुसैन प्रोग्राम जड़ा वाले जुल्म की इंतहा होती है। मेरे साथ एक दोस्त मौजूद है। इसके वालिदैन को मार मार कर ख़त्म कर दिया गया, दुनिया से ख़त्म कर दिया गया। इससे जानने के मामले कैसे तो वालिदैन को क्यों मारा गया? मेरा जी मेरी बीवी ਦੇ ਨਾਲ ਝਗੜਾ ਹੋਇਆ ਜੀ ਘਰ 'ਚ। ਉਹਨੇ ਆਪਣੇ ਭਰਾਵਾਂ ਨੂੰ ਫੋਨ ਕਰ ਦਿੱਤਾ। ठीक है। ਉਹ ਆਏ ਜੀ, ਡੰਡੇ ਲੈ ਕੇ ਉਹ ਨਾਲ ਆਉਂਦਿਆਂ ਉਹਨਾਂ ਮੈਨੂੰ ਮਾਰਨਾ ਸ਼ੁਰੂ ਕਰ ਦਿੱਤਾ ਤੇ ਮੇਰੇ अच्छा, घर च तुहाडे दोनों जीआं दा माड़ा मोटा मसला बनिया सीगा। ਉਹਨੇ ਆਪਣੇ ਭਰਾਵਾਂ ਨੂੰ ਫੋਨ ਕਰਤਾ, ਉਹਦੇ ਭਰਾ ਆ ਗਏ। ਉਹ ਇਕੱਲੇ ਸੀ, ਉਹਨਾਂ ਦੇ ਨਾਲ ਕੋਈ ਹੋਰ ਵੀ ਬੰਦੇ ਸੀਗੇ? ਦੋ ਉਹਨਾਂ ਦੇ ਬੰਦੇ ਰਿਸ਼ਤੇਦਾਰ ਹੋਰ ਲੈ ਕੇ ਆਏ। ਅੱਛਾ, ਦੋਨੋਂ ਰਿਸ਼ਤੇਦਾਰ ਵੀ ਆਏ ਸੀ ਉਹਨਾਂ ਦੇ ਨਾਲ। ਹਾਂਜੀ, ਤੇ ਉਹਨਾਂ ਨੇ ਮਾਰਨਾ ਸ਼ੁਰੂ ਕਰਤਾ। ਬਾਪ ਮੇਰਾ ਛਡਾਉਣ ਲੱਗਾ, ਉਹਨੂੰ ਵੀ ਇਹ ਮਾਰਨ ਲੱਗ ਪਏ। ਠੀਕ ਹੈ। ਤੇ ਬਾਪ ਮੇਰੇ ਉੱਥੇ ਡੈਥ ਹੋ ਗਈ। ਅੱਛਾ, ਤੁਹਾਡੇ ਵਾਲਿਦ ਨੂੰ ਵੀ ਮਾਰਨ ਲੱਗ ਪਏ ਤਾਂ ਮਾਰ ਦੇ, ਉਹਨਾਂ ਦੀ ਡੈਥ ਹੋ ਗਈ ਉਹਨਾਂ ਦੀ, ਤੇ ਤੁਹਾਨੂੰ ਵੀ ਬਹੁਤ ਮਾਰਿਆ? ਹਾਂਜੀ, ਮੈਨੂੰ ਵੀ ਬਹੁਤ ਮਾਰਿਆ। जुल्म की इंतहा देखेंगे, इस बंदे को भी मारा। दोनों मियाँ बीवी का घर में मसला था। पीछे से बहन भाई समझाने के लिए है, लेकिन उसको समझाने की बजाय ये देखें इस गरीब के ऊपर कितना तशद्दुद किया गया है, कितना मारा गया है। ये है, इन दोनों मियाँ बीवी का अगर मसला था तो जब पीछे से आए थे तो उनको चाहिए था कि उनको समझाते, इनके घर वालों को समझाते, इसको समझाते। लेकिन उसके बावजूद उनके साथ 2-3 और भी बंदे आए थे जिन्होंने इसको भी मारा, इसके वालिदैन को भी मारा। मारने की इंतहा होती है। इसके वालिद की मौके पर ही डेथ हो चुकी थी। आपने देखा कि इसको किस तरह मारा पीटा गया है। इसके ये गरीब खानदान से इनका तल्लक है, तो फिर भी इनके तशद्दुद इसके इतना किया गया है। ਹਾਂਜੀ, ਉਹਨਾਂ 'ਚ ਇੱਕ ਪੁਲਿਸ ਮੁਲਾਜ਼ਮ ਸੀ, ਇੱਕ ਫੌਜ ਮੁਲਾਜ਼ਮ ਸੀ। इंतहाई शर्म की बात है कि जो पुलिस है वो हमारी मुहाफ़िज़ होती है। एक पुलिस मुलाजम था उसके, जिसकी उनको ज़्यादा शार थी कि हम पुलिस वाले, हमें कोई पूछेगा नहीं। लेकिन उसकी एक इंतहा होती है कि इस बंदे के, इस बच्चे के वालिदैन को मारा, उसको मार मार कर मौके पर ही ख़त्म कर दिया गया। इसको भी इतना मारा, उनको शायद ये था कि हम पुलिस वाले, हमें कोई पकड़ नहीं सकेगा। पुलिस ने कोई कार्रवाई की थी हाले तक? ਮੌਕੇ ਤੋਂ ਨੱਠਣ ਲੱਗੇ, ਉਹਨਾਂ ਨੇ ਬਾਹਰ ਨਿਕਲ ਪਿੰਡ ਵਾਲਿਆਂ उसी वक्त मौजूद सीगे? हाँ जी जनाब, ਅਸੀਂ ਮੌਕੇ ਤੇ ਮੌਜੂਦ ਸੀ ਜਿਸ ਵੇਲੇ ਵਕੂਆ ਹੋਇਆ ਵਾ। ਉਹ 4 ਬੰਦੇ ਆਏ ਆ, ਉਹਨਾਂ ਇਹਦੀ ਚੌਰ ਸਾਹਿਬ ਕੁੱਟ ਪਰਾਈ ਚੰਗੀ ਕੀਤੀ ਹੈ, ਜਿਹਦੇ ਵਿੱਚ ਇਹਨੂੰ ਮਾਰਿਆ, ਇਹਦਾ ਵਾਲਿਦ ਆਇਆ, ਉਹਨੂੰ ਚੌਰ ਸਾਹਿਬ ਡੰਡਿਆਂ ਸੋਟਿਆਂ ਨਾਲ ਮਾਰਿਆ, ਉਹਦੀ ਡੈਥ ਹੋ ਗਈ। ਉਸ ਤੋਂ ਬਾਅਦ ਤੇ ਤਕਰੀਬਨ ਅੱਧੇ ਘੰਟੇ ਬਾਅਦ ਨਾ ਪੁਲਿਸ ਆਈ ਆ। ਅਸੀਂ ਉਹਨਾਂ ਬੰਦੇ ਨੂੰ ਫੜ ਕੇ ਅੰਦਰ ਤਾੜ ਲਿਆ, ਮਾਰਿਆ ਮੂਰਿਆ ਨਹੀਂ, ਐਵੇਂ ਕਹੀਏ ਵੀ ਉਹਨਾਂ ਨੂੰ ਮਾਰਿਆ। SHO ਸਾਹਿਬ ਆਏ, ਯੂਸਫ ਖਰਲ, ਉਹਨਾਂ ਨੇ ਆਣ ਕੇ ਚੌਰ ਸਾਡੇ ਕੋਲ ਬੰਦੇ ਲੈ ਲਏ। ਅਸੀਂ ਬੰਦੇ ਜਿਹੜੇ ਨਾ ਉਹਨਾਂ ਨੂੰ ਨਹੀਂ ਦਿੱਤੇ। DSP ਸਾਹਿਬ ਆਏ, ਉਹਨਾਂ ਫਿਰ ਸਾਨੂੰ ਚੌਰ ਸਾਹਿਬ ਯਕੀਨ ਦਾ ਨਿਕਲਾਈ ਵੀ ਤੁਹਾਡੇ ਨਾਲ ਅਸੀਂ ਪੂਰਾ ਤਾਮਨ ਕਰਾਂਗੇ, ਤੁਹਾਨੂੰ ਇਨਸਾਫ ਮਿਲੇਗਾ। ਤੇ ਮੇਰੀ ਚੌਰ ਸਾਹਿਬ ਚੌਰੀ ਪਰਵੇਜ਼ ਲਈ ਅੱਗੇ ਗੁਜ਼ਾਰਿਸ਼ ਆ, ਜਿੰਨੇ ਵੀ RPO CPO ਵੀ ਇਹ ਗਰੀਬ ਆਦਮੀ ਆ, ਇਹਨੂੰ ਇਨਸਾਫ ਮਿਲਣਾ ਚਾਹੀਦਾ। ਇੱਕ ਇਹਦਾ ਘਰ ਉਜੜ ਗਿਆ, ਦੂਜੇ ਨੰਬਰ 'ਤੇ ਇਹਦਾ ਵਾਲਿਦ ਚੌਰ ਸਾਹਿਬ ਦੀ ਡੈਥ ਹੋ ਗਈ, ਮਾਰ ਮਾਰ ਕੇ ਉਹਨੂੰ ਡੈਥ ਕਰ ਖਤਮ ਹੋ ਗਿਆ। ਉਸ ਤੋਂ ਹਟ ਕੇ ਦੇਖੋ, ਜੇ ਪੁਲਿਸ ਵਾਲਾ ਸਾਡੇ ਮੁਹਾਫਿਜ਼ ਆ, ਜੋ ਸਾਨੂੰ ਚੌਰ ਸਾਹਿਬ ਸਾਡੀ ਜਾਨ ਦੇ ਦੁਸ਼ਮਣ ਹੋ ਗਏ, ਸਾਡੀ ਮਤ ਤਹਫ਼ੁਜ਼ ਕਿਹਨੇ ਸਾਨੂੰ ਦੇਣਾ ਯਾਰ? ਇਹ ਮੈਂ ਪੁੱਛਣਾ ਚਾਹੁੰਦਾ ਮੈਂ ਪੁਲਿਸ ਵਾਲਿਆਂ ਨੂੰ ਵੀ ਜੇ ਤੁਸੀਂ ਪੁਲਿਸ 'ਚ ਜੋ ਫੌਜ 'ਚ ਜੋ, ਉਹਦਾ ਇਹ ਮਕਸਦ ਨਹੀਂ ਹੈ ਤੁਸੀਂ ਗਰੀਬ ਆਦਮੀ ਦੇ ਨਾਲ ਜ਼ੁਲਮ ਕਰੋ। ਇੱਕ ਉਹਦਾ ਘਰ ਉਜੜ ਗਿਆ, ਦੂਜੇ ਚੌਰ ਇੱਕ ਪੁਲਿਸ ਵਾਲਾ ਸੀ, ਇੱਕ ਫੌਜ ਵਾਲਾ ਸੀ, ਉਹਨਾਂ ਆਣ ਕੇ ਇੰਤਹਾ ਕਰਤੀ ਮਾਰਨ ਵਾਲੀ, ਜਿਹਦਾ ਕੋਈ ਜਵਾਬ ਨਹੀਂ ਹੈ। ਇਹ ਚੌਰ ਸਾਹਿਬ, ਇਹਨਾਂ ਨਾਲ ਪੂਰੀ ਕਾਰਵਾਈ ਹੋਣੀ ਚਾਹੀਦੀ ਹੈ। ਇਹ ਫਾਂਸੀ ਦਾ ਹੁਕਮ ਇਹਨਾਂ ਨੂੰ ਹੋਣਾ ਚਾਹੀਦਾ, ਤਖਤਾਦਾਰ ਤੱਕ ਲਟਕਾਉਣੇ ਚਾਹੀਦੇ ਬੰਦੇ। ਤੁਸੀਂ ਕੀ ਕਹਿਣਾ ਚਾਹੁੰਦੇ? ਤੁਸੀਂ ਵੀ ਉੱਥੇ ਮੌਜੂਦ ਸੀ? ਕਹਿਣਾ ਚਾਹੁੰਦਾ ਇਹ ਵਾਂ ਕਿ ਜਦੋਂ ਪੁਲਿਸ ਆਈ ਹੈ ਨਾ ਜੀ, ਤੇ ਬਗੈਰ ਕਿਸੇ ਚੀਜ਼ ਤੋਂ ਵੇਖਣ ਤੋਂ ਬਗੈਰ ਹੀ ਇਹਨਾਂ ਬੰਦਿਆਂ ਨੇ ਨਾ ਉਹ ਬੰਦਿਆਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ। ਉਹ ਬਿਹਤਰ ਜਾਣਦੇ ਨੇ ਕਿ ਲੈ ਵੀ ਕਿਸ ਲਿਹਾਜ਼ ਨਾਲ ਕੱਢ ਸਕਦੇ ਨੇ, ਕਿ ਲੈ ਵੀ ਇਹ ਪਿੰਡ ਵਾਲੇ ਕੁੱਟ ਮਾਰਨ ਨਾਲ ਲੈਣ। ਜਦੋਂ ਇਹ ਨਸਲ ਕੇ ਨਾ ਇੱਕ ਬੰਦੇ ਨੂੰ ਦੂਰੋਂ ਫੜ ਕੇ ਲਿਆਏ ਨੇ, ਇਹਨੂੰ ਫਿਰ ਪਿੰਡ ਵਾਲੇ ਬੰਦੇ ਪੂਰੇ ਇਲਾਕੇ ਦੇ ਜਿਹੜੇ ਮਹੱਲੇਦਾਰ ਸਾਰੇ ਇਕੱਠੇ ਹੋਏ, ਉਹਨਾਂ ਨੇ ਬੰਦਿਆਂ ਨੂੰ ਫੜਿਆ, ਬੈਠ ਕੇ ਇੱਕ ਬਿਠਾਇਆ, ਕਾਰ ਚਲਾਈ 15 ਤੇ ਅੱਗੇ ਪਿੱਛੇ ਵੀ ਕੀਤੀ। ਫਿਰ ਉਸ ਤੋਂ ਬਾਅਦ ਅਸੀਂ ਕਾਰ ਨੂੰ ਜਾਣ ਨਹੀਂ ਦਿੱਤਾ। ਫਿਰ ਉਸ ਤੋਂ ਬਾਅਦ DSP ਸਾਹਿਬ ਆਏ। ਫਿਰ ਉਸ ਤੋਂ ਬਾਅਦ ਇੱਕ ਹੋਰ ਟੀਮ ਆਈ ਜਿਹੜੀ ਉਹ ਸਰਚ ਕਰਦੀ ਹੈ, ਤਸਵੀਰਾਂ ਵਗੈਰਾ ਲੈਂਦੀ ਹੈ। ਉਹਨਾਂ ਨੇ ਵੀ ਵਕੂਆ ਵੇਖਿਆ ਜਾ ਕੇ। ਅਸੀਂ DSP ਸਾਹਿਬ ਨੂੰ ਇਹ ਗੱਲ ਕਹਿ ਰਹੇ ਸੀ ਜਾਂ ਇਹ SHO ਨੂੰ ਕਿ ਯਾਰ ਤੁਸੀਂ ਕਮ ਸੇ ਕਮ ਜਿੱਧਰ ਡੈਥ ਹੋਈ ਆ ਤੁਸੀਂ ਉੱਧਰ ਜਾ ਕੇ ਵੇਖੋ ਤਾਂ ਸਹੀ, ਉਹ ਕੀ ਮਸਲਾ ਬਣਿਆ ਵਾ, ਬੰਦੇ ਨੂੰ ਸੱਟ ਲੱਗੀ ਆ ਜਾਂ ਕੀ ਹਿਸਾਬ ਕਿਤਾਬ ਵਾ, ਘਰ ਕਿੱਥੇ ਉਹਨਾਂ ਦਾ। ਉਹਨਾਂ ਨੇ ਬੰਦਿਆਂ ਨੂੰ ਵਿੱਚ ਲੱਦਣ ਦੀ ਵਜ੍ਹਾ ਕੀ ਸੀ? ਇੱਕ ਫੌਜ ਦਾ ਬੰਦਾ ਸੀਗਾ, ਇੱਕ ਪੁਲਿਸ ਵਾਲੇ ਦਾ ਸੀ। ਇਹ ਮੁਲਾਜ਼ਮ ਹੁੰਦੇ ਹੋਏ ਤਾਂ ਉਹਨਾਂ ਦਾ ਖਿਆਲ ਕਰਨ ਦੇ ਸੀ ਕਿ ਕਿਤੇ ਫਸ ਜਾਣਾ। ਬਿਲਕੁਲ ਤੁਹਾਡੀ ਬਾਤ ਮੈਂ ਬਿਲਕੁਲ ਸਹੀ ਸਮਝਦਾ। ਫੌਜ ਦੀ ਵਜ੍ਹਾ ਜਾਂ ਉਸ ਬੰਦੇ ਦੀ ਵਜ੍ਹਾ ਨਾਲ ਹੈਲਪ ਕਰ ਰਹੇ ਸੀ। ਲੇਕਿਨ ਪਿੰਡ ਦੇ ਉਹਨਾਂ ਦੇ ਬੜੇ ਇਹਤਰਾਮ ਨਾਲ ਉਹ ਜਿਹੜੇ ਦੋਸਤ ਨੇ, ਮਹੱਲੇਦਾਰ ਨੇ, ਪਿੰਡ ਦੇ ਜਿਹੜੇ ਸਾਥੀ ਨੇ, ਉਹਨਾਂ ਦਾ ਮੈਂ ਦਿਲ ਤੋਂ ਤਹਿਰਾਈਆਂ ਤੋਂ ਸ਼ੁਕਰੀਆ ਅਦਾ ਕਰਦਾ ਵਾਂ ਜਿਨ੍ਹਾਂ ਨੇ ਇਸ ਮਾਮਲਾਤ ਨੂੰ ਰੋਕਿਆ। ਔਰ ਮੌਕੇ 'ਤੇ ਹੀ ਉੱਥੇ ਰਾਣਾ ਆਸਮ ਸਾਹਿਬ ਵਕੀਲ ਸਾਹਿਬ ਨੇ ਸਾਡੇ, ਮੀਆਂ
ਮੀਆਂ ਜਵੇਦ ਇਕਬਾਲ ਸਾਹਿਬ ਨੇ, ਉਹਨਾਂ ਨੇ ਮਤਲਬ ਆਏ ਨੇ, ਉਹਨਾਂ ਨੇ ਦਰਖਾਸਤ ਲਿਖੀ ਆ ਕਿ ਲੈ ਵੀ ਕਿਸ ਤਰੀਕੇ ਦੇ ਨਾਲ ਇਹ ਦਰਖਾਸਤ ਨੂੰ ਪੇਸ਼ ਕੀਤਾ ਜਾਏ। ਫਿਰ ਡੀਐਸਪੀ ਦੇ ਸਾਹਮਣੇ ਉਹਨਾਂ ਨੇ ਇਹ ਮਤਲਬ ਸ਼ਰਤ ਰੱਖੀ ਕਿ ਹੁਣੇ ਦਰਖਾਸਤ ਦੇਣੀ, FIR ਹੁਣੇ ਕੱਟਣੀ ਚਾਹੀਦੀ ਹੈ। ਉਹਨਾਂ ਕਿਹਾ ਕੋਈ ਮੁਸ਼ਕਿਲ ਨਹੀਂ, ਅਸੀਂ ਕੱਟ ਦਿੰਦੇ ਹਾਂ। ਉਹ ਕਟਵਾ ਕੇ ਦਰਖਾਸਤ ਲੈ ਕੇ ਫਿਰ ਉਹਨਾਂ ਨੂੰ ਦਿੱਤੀ ਸੀ। ਤੁਹਾਡੇ ਕਿੰਨੇ ਬੱਚੇ ਆ? मेरा एक बच्ची एक बच्चा है। मेरे पास वो लफ्ज़ नहीं है। एक बेटा उसका, एक बेटी है। उन खबीसों को ये नहीं आया कि हमारी बहन का घर उजड़ जाएगा, हमारी बहन बेवा हो जाएगी। इस बंदे के क्या तासरात होंगे, इसके क्या ख्यालात होंगे कि इनकी बेटी, इनका बेटा क्या सोचेगा, उनको क्या बताएगा कि आपके मामू ने आपके दादे को ख़त्म कर दिया। तुसी की कहना चाहते हो? कुछ नहीं है जी, इन्हां नूं सज़ा होनी चाहिए है ਜਿਹੜਾ ਇੰਨਾ ਜ਼ੁਲਮ ਕੀਤਾ ਸਾਡੇ ਤੇ। ਧਮਕੀਆਂ ਲਾਉਂਦੇ ਰਹੇ ਤੈਨੂੰ ਪਹਿਲੇ ਵੀ? ਹਾਂਜੀ, ਤੇ ਮੇਰੇ ਵਾਲਦ ਸਾਹਿਬ ਇਹਨਾਂ ਦਾ ਤਰਲਾ ਮਾਰ ਇਹੀ ਹੈ ਕਿ ਇਹ ਉਹ ਪੁਲਿਸ ਦੇ ਵਿੱਚ ਹੈ। ਮੈਂ ਚਾਹੁੰਦਾ ਕਿ ਪੁਲਿਸ ਦੇ ਵਿੱਚ ਇਹ ਜਿੰਨੇ ਇਹ ਗਰੀਬ ਸੀਗੇ, ਇਹਨਾਂ ਦਾ ਕੋਈ ਨਾ ਸਰਮਾਇਆਦਾਰ ਨਹੀਂ ਸੀ ਆ ਗਿਆ, ਤੇ ਉਹ ਆ ਕੇ ਪ੍ਰੈਸ਼ਰ ਪਾਉਂਦੇ ਸੀ, ਡਰਾਉਂਦੇ ਸੀ, ਇਹਨਾਂ ਨੂੰ ਡਰਾਉਂਦੇ ਧਮਕਾਉਂਦੇ ਸੀ। ਬਿਲਕੁਲ। ਤੇ ਜਿਹੜੀ ਗੱਲ ਹੈਗੀ ਨਾ, ਜਿੱਧਰ ਪੰਗਾ ਲੈਣ ਦੀ ਜ਼ਰੂਰਤ ਹੁੰਦੀ ਨਾ ਪੁਲਿਸ ਵਾਲਿਆਂ ਨੂੰ ਜਾਂ ਫੌਜ ਵਾਲਿਆਂ ਨੂੰ, ਉੱਧਰ ਉਹ ਪੰਗਾ ਲੈ ਨਹੀਂ ਸਕਦੇ। ਇਸ ਲਈ ਮਿਹਰਬਾਨੀ ਆ ਵਜ਼ੀਰ ਆਲਾ ਦੇ ਅੱਗੇ ਔਰ ਜਿਹੜੇ ਫੈਸਲਾਬਾਦ DPO ਸਾਹਿਬ ਕਿ ਇਸ ਬੰਦੇ ਜਿਹੜਾ ਮਜ਼ਲੂਮ ਆ, ਇਹਦਾ ਅਸੀਂ ਪਿੰਡ ਦੇ ਵਿੱਚੋਂ ਇਹਨਾਂ ਦੇ ਨਾਲ ਤੁਰੇ ਆ, ਤੇ ਤੁਸੀਂ ਵੀ इंशाल्लाह हेल्प ਇਹਨਾਂ ਦੀ ਕਰੋ, ਇਹਨਾਂ सजाए मौत। बिल्कुल, इनका यही कहना है कि हमारी आला काम से अपील है कि जो मुलजमान पकड़े गए हैं, 4 मुलजमान, उनमें 2 मुलाजम है, एक पुलिस का और एक फौज का, इन चारों को सज़ा मिलनी चाहिए और इनके खिलाफ FIR दर्ज होनी चाहिए, इनको सरेआम फांसी देनी चाहिए। इस तरह के गरीब लोगों को कब तक हम घर उजाड़ते रहेंगे, कब तक इस तरह के लोगों का हम बदनाम कर? यह गरीब आदमी है, एक वक्त की रोटी खाना आजकल मुश्किल है इस दौर में। आप क्या कहना चाहते हैं? उसी मौजूद ही होते उस टाइम? ਹਾਂਜੀ, ਅਸੀਂ ਮੌਕੇ 'ਤੇ ਮੌਜੂਦ ਸੀ ਜਦੋਂ ਅਸੀਂ ਆਏ ਜੀ। ਮੇਰਾ ਚਾਚੂ ਲੱਗਦਾ ਵਾ ਜਿਹੜਾ फौत होने तो चाचू ने? ਹਾਂਜੀ ਸਾਡੇ ਚਾਚੂ ਆ। ਜਦੋਂ ਅਸੀਂ ਆਏ ਆ ਤੇ ਇਹਨਾਂ ਨੂੰ ਡੰਡਿਆਂ ਸੋਟਿਆਂ ਨਾਲ ਮਾਰਨ ਡਏ ਸੀ। ਮੈਂ ਆਣ ਕੇ ਉਹਨਾਂ ਨੂੰ ਹਟਾਇਆ ਵਾ। ਉਹਨਾਂ ਕਿਹਾ ਸਾਡੇ ਘਰ ਦਾ ਮਾਮਲਾ ਤੂੰ ਦਫਾ ਹੋ ਜਾ। ਮੈਂ ਕਿਹਾ ਮੇਰਾ ਵੀ ਘਰ ਆ। ਮੈਂ ਉਹਨਾਂ ਦੇ ਹੱਥੀਂ ਪੈਣ ਲੱਗਾ, ਉਹਨੇ ਵਾਲਦ ਸਾਹਿਬ ਮੇਰੇ ਆ ਗਏ ਮਗਰੋਂ। ਮੈਂ ਮੁੰਡੇ ਨੂੰ ਆਵਾਜ਼ ਦਿੱਤੀ ਆ ਜਿਹੜਾ ਪੁਲਿਸ ਵਿੱਚ ਆਪਾ ਵਾਲਣੀ ਵਾਲਾ, ਉਹਨੂੰ ਮੈਂ ਕਿਹਾ ਬੰਦਾ ਮਰ ਗਿਆ ਜੀ। ਉਹਨੇ ਕਿਹਾ ਨਹੀਂ, ਇਹ ਨਖਰੇ ਕਰਦਾ ਵਾ, ਬੰਦਾ ਨਹੀਂ ਮਰਿਆ, ਡਰਾਮੇ ਕਰਨ ਡਿਆ ਧੀ ਚੋਦ। ਉਹ ਫਰਸ਼ 'ਤੇ ਡਿੱਗ ਪਿਆ ਵਾ। ਮੈਂ ਉਹਨੂੰ ਪਛਾਣ ਕੀਤਾ ਵਾ। ਮੈਂ ਉਹਨੂੰ ਜਿਸ ਵੇਖਿਆ ਵਾ ਤੇ ਉਹ ਬਿਲਕੁਲ ਖਤਮ ਹੋਇਆ। ਉਹਨੂੰ ਨਸ਼ਾ ਸੀ ਨਾ ਕਿ ਮੈਂ ਪੁਲਿਸ ਦੇ ਵਿੱਚ ਆ, ਮੈਨੂੰ ਕੁਝ ਨਹੀਂ ਹੋ ਸਕਦਾ। ਹਾਂਜੀ, ਇਹ ਨਸ਼ਾ ਸੀ ਉਹਨੂੰ, ਇਹੋ ਤਕੱਬਰ ਸੀ ਉਹਨੂੰ ਕਿ ਮੈਂ ਪੁਲਿਸ ਵਿੱਚ ਆ। ਤੇ ਮਿਹਰਬਾਨੀ ਇਹਦਾ ਇਨਸਾਫ ਇਹਨੂੰ ਗਰੀਬ ਬੱਚੇ ਨੂੰ ਮਿਲ ਜਾਵੇ। ਗਰੀਬ ਆਦਮੀ ਆ। ਨਸ਼ਾ ਕਿੰਨੀ ਤੇ ਰਹਿਣਾ ਜੀ, ਆਖਰ ਅੱਲਾ ਨੂੰ ਤੇ ਜਵਾਬ ਦੇਣਾ।